ਵਿਆਹ ਤੋਂ ਬਾਅਦ ਮੇਰੀ ਪਤਨੀ ਹਰ ਹਫ਼ਤੇ ਆਪਣੇ ਭਰਾ ਦੇ ਘਰ ਜਾਂਦੀ ਸੀ। ਮੇਰੇ ਘਰ ਦੇ ਜਦੋਂ ਉਸਨੂੰ ਜਾਣ ਤੋਂ ਮਨ੍ਹਾ ਕਰਦੇ ਤਾਂ ਉਹ ਕਿਸੇ ਦੀ ਨਾ ਸੁਣਦੀ ਤੇ ਚਲੀ ਜਾਂਦੀ। ਮੈਨੂੰ ਵੀ ਆਪਣੀ ਪਤਨੀ 'ਤੇ ਸ਼ੱਕ ਹੋਣ ਲੱਗ ਗਿਆ। ਫਿਰ ਇੱਕ ਦਿਨ ਮੈਂ ਉਸਦਾ ਪਿੱਛਾ ਕੀਤਾ ਤਾਂ ਉਹਦੇ ਭਰਾ ਦੇ ਘਰ ਚਲਾ ਗਿਆ। ਜਦੋਂ ਮੈਂ ਅੰਦਰ ਜਾ ਕੇ ਉਹਦੇ ਭਰਾ ਦੇ ਕਮਰੇ ਵਿੱਚ ਗਿਆ ਤਾਂ ਮੇਰੇ ਹੋਸ਼ ਉੱਡ ਗਏ, ਕਿਉਂਕਿ ਉੱਥੇ ਮੇਰੀ ਪਤਨੀ ਕਮਰੇ ਵਿੱਚ। ਮੇਰਾ ਵਿਆਹ ਕੋਮਲ ਨਾਲ ਹੋਇਆ ਸੀ। ਕੋਮਲ ਬਹੁਤ ਖੂਬਸੂਰਤ ਸੀ। ਉਹਦੇ ਮੰਮੀ ਡੈਡੀ ਨਹੀਂ ਸੀ, ਸਿਰਫ ਭਰਾ ਤੇ ਭਾਬੀ ਸੀ। ਕੋਮਲ ਬਹੁਤ ਵਧੀਆ ਕੁੜੀ ਸੀ। ਵਿਆਹ ਤੋਂ ਬਾਅਦ ਥੋੜ੍ਹੇ ਦਿਨਾਂ ਵਿੱਚ ਹੀ ਉਸਨੇ ਪੂਰੇ ਘਰ ਨੂੰ ਸੰਭਾਲ ਲਿਆ ਸੀ ਤੇ ਮੇਰੇ ਮੰਮੀ ਪਾਪਾ ਦੀ ਵੀ ਬਹੁਤ ਇੱਜ਼ਤ ਕਰਦੀ ਸੀ ਤੇ ਸਾਰਿਆਂ ਦਾ ਬਹੁਤ ਖਿਆਲ ਰੱਖਦੀ ਸੀ। ਪਰ ਉਸਦੀ ਇੱਕ ਹੀ ਅਜੀਬ ਆਦਤ ਸੀ ਕਿ ਉਹ ਹਰ ਹਫ਼ਤੇ ਆਪਣੇ ਭਰਾ ਦੇ ਘਰ ਜਾਂਦੀ ਸੀ। ਸ਼ੁਰੂ ਵਿੱਚ ਤਾਂ ਅਸੀਂ ਸੋਚਿਆ ਕਿ ਨਵਾਂ ਵਿਆਹ ਹੋਇਆ, ਇਸ ਲਈ ਇੱਥੇ ਦਿਲ ਨਹੀਂ ਲੱਗਦਾ ਹੋਣਾ, ਕੋਈ ਗੱਲ ਨਹੀਂ ਜੇ ਜਾਂਦੀ ਆ ਤਾਂ। ਪਰ ਵਿਆਹ ਤੋਂ 6 ਮਹੀਨੇ ਬਾਅਦ ਵੀ ਉਸਦਾ ਇਹੀ ਰੁਟੀਨ ਚੱਲਦਾ ਰਿਹਾ। ਭਾਵੇਂ ਘਰ ਵਿੱਚ ਕੋਈ ਮਹਿਮਾਨ ਆਇਆ ਹੋਵੇ ਜਾਂ ਉਹ ਬਿਮਾਰ ਹੋਵੇ ਤਾਂ ਵੀ ਉਸਨੇ ਹਰ ਹਫ਼ਤੇ ਜਾਣਾ ਹੀ ਹੁੰਦਾ। ਤੇ ਇੱਕ ਹੋਰ ਅਜੀਬ ਗੱਲ ਸੀ ਕਿ ਉਹ ਮੈਨੂੰ ਕਦੇ ਵੀ ਨਾਲ ਨਹੀਂ ਲੈ ਕੇ ਜਾਂਦੀ ਸੀ ਤੇ ਕਹਿੰਦੀ ਸੀ ਕਿ ਮੈਂ ਇਕੱਲੀ ਨਹੀਂ ਜਾਣਾ। ਮੈਨੂੰ ਉਹਦੀ ਇਸ ਗੱਲ 'ਤੇ ਬਹੁਤ ਗੁੱਸਾ ਆਉਂਦਾ, ਪਰ ਉਹ ਸਾਰਿਆਂ ਨਾਲ ਇੰਨੇ ਪਿਆਰ ਨਾਲ ਰਹਿੰਦੀ ਸੀ ਕਿ ਨਾ ਚਾਹੁੰਦੇ ਹੋਏ ਵੀ ਮੇਰਾ ਗੁੱਸਾ ਸ਼ਾਂਤ ਹੋ ਜਾਂਦਾ ਸੀ। ਮੈਨੂੰ ਹੁਣ ਉਹਦੇ 'ਤੇ ਸ਼ੱਕ ਹੋਣ ਲੱਗ ਗਿਆ ਸੀ ਕਿ ਜ਼ਰੂਰ ਕੋਮਲ ਮੇਰੇ ਤੋਂ ਕੋਈ ਗੱਲ ਛੁਪਾ ਰਹੀ। ਫਿਰ ਇੱਕ ਦਿਨ ਜਦੋਂ ਉਸਨੇ ਕਿਹਾ ਕਿ ਮੈਂ ਆਪਣੇ ਭਰਾ ਦੇ ਘਰ ਜਾਣਾ ਤਾਂ ਮੈਂ ਬਿਨਾਂ ਕੋਈ ਬਹਿਸ ਕੀਤੇ ਜਾਣ ਲਈ ਹਾਂ ਕਰ ਦਿੱਤੀ, ਕਿਉਂਕਿ ਉੱਦਾਂ ਵੀ ਉਹਨੇ ਜਾ ਕੇ ਹੀ ਰਹਿਣਾ ਸੀ। ਤੇ ਮੈਂ ਆਪਣੇ ਕੰਮ 'ਤੇ ਚਲਾ ਗਿਆ, ਪਰ ਮੈਂ ਰਸਤੇ ਵਿੱਚ ਹੀ ਕਿਤੇ ਘਰ ਦੇ ਕੋਲ ਰੁਕ ਗਿਆ ਸੀ ਜਿੱਥੋਂ ਮੈਨੂੰ ਕੋਈ ਦੇਖ ਨਾ ਸਕੇ। ਥੋੜ੍ਹੇ ਟਾਈਮ ਬਾਅਦ ਕੋਮਲ ਘਰੋਂ ਬਾਹਰ ਆਈ ਤੇ ਆਟੋ ਵਿੱਚ ਬੈਠ ਕੇ ਚਲੀ ਗਈ। ਮੈਂ ਵੀ ਆਪਣਾ ਮੋਟਰਸਾਈਕਲ ਛੱਡ ਕੇ ਦੂਜੇ ਆਟੋ ਵਿੱਚ ਬੈਠ ਕੇ ਉਸਦਾ ਪਿੱਛਾ ਕਰਨ ਲੱਗ ਗਿਆ। ਜਦੋਂ ਉਸਦਾ ਆਟੋ ਉਹਦੇ ਭਰਾ ਦੇ ਘਰ ਦੇ ਬਾਹਰ ਜਾ ਕੇ ਰੁਕਿਆ ਤਾਂ ਮੇਰਾ ਇੱਕ ਸ਼ੱਕ ਤਾਂ ਖਤਮ ਹੋ ਗਿਆ ਕਿ ਇਹ ਆਪਣੇ ਭਰਾ ਦੇ ਘਰ ਹੀ ਜਾਂਦੀ ਹੈ। ਕੋਮਲ ਘਰ ਦੇ ਅੰਦਰ ਚਲੀ ਗਈ ਤੇ ਮੈਂ ਬਾਹਰ ਖੜਾ ਸੋਚ ਰਿਹਾ ਸੀ ਕਿ ਅੰਦਰ ਜਾਵਾਂ ਕਿ ਨਾ। ਉਹਦਾ ਭਰਾ ਤੇ ਭਾਬੀ ਕੀ ਸੋਚਣਗੇ ਕਿ ਮੈਂ ਕੋਮਲ ਦੇ ਪਿੱਛੇ ਕਿਉਂ ਆਇਆ। ਕਾਫੀ ਟਾਈਮ ਸੋਚਣ ਤੋਂ ਬਾਅਦ ਮੈਂ ਫੈਸਲਾ ਲਿਆ ਕਿ ਅੰਦਰ ਚਲਾ ਹੀ ਜਾਂਦਾ ਹਾਂ, ਜੋ ਹੋਊਗਾ ਦੇਖਿਆ ਜਾਊਗਾ। ਮੈਂ ਦਰਵਾਜ਼ਾ ਖੜਕਾਇਆ ਤਾਂ ਉਹਨਾਂ ਦੀ ਨੌਕਰਾਣੀ ਨੇ ਦਰਵਾਜ਼ਾ ਖੋਲ੍ਹਿਆ ਤੇ ਉਹ ਮੈਨੂੰ ਦੇਖ ਕੇ ਪਰੇਸ਼ਾਨ ਜਿਹੀ ਹੋ ਗਈ ਤੇ ਉਸਨੇ ਦੱਸਿਆ ਕਿ ਘਰ ਕੋਈ ਨਹੀਂ ਹੈ, ਭਰਾ ਭਾਬੀ ਕਿਤੇ ਗਏ ਹੋਏ ਨੇ ਤੇ ਮੈਨੂੰ ਉੱਥੋਂ ਹੀ ਵਾਪਸ ਭੇਜਣਾ ਚਾਹੁੰਦੀ ਸੀ। ਮੈਂ ਉਹਨੂੰ ਸਾਈਡ ਹੋਣ 'ਤੇ ਕਿਹਾ। ਉਹ ਨੌਕਰਾਣੀ ਸੀ, ਇਸ ਲਈ ਕੁਝ ਨਹੀਂ ਬੋਲੀ। ਮੈਂ ਜਦੋਂ ਹੀ ਅੰਦਰ ਗਿਆ ਤਾਂ ਇੱਕ ਕਮਰੇ ਵਿੱਚੋਂ ਕਿਸੇ ਦੇ ਗੱਲਾਂ ਕਰਨ ਦੀਆਂ ਆਵਾਜ਼ਾਂ ਆ ਰਹੀਆਂ ਸੀ ਤੇ ਮੇਰੀ ਪਤਨੀ ਕੋਮਲ ਦੀ ਵੀ ਆਵਾਜ਼ ਆ ਰਹੀ ਸੀ। ਮੈਂ ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਮੈਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਆ ਰਿਹਾ ਸੀ ਕਿ ਮੇਰੀ ਪਤਨੀ ਇੰਨਾ ਜ਼ਿਆਦਾ ਵੀ ਗਿਰ ਸਕਦੀ। ਮੈਂ ਇਹ ਸਭ ਦੇਖ ਕੇ ਉੱਥੋਂ ਹੀ ਵਾਪਸ ਆ ਗਿਆ ਤੇ ਨੌਕਰਾਣੀ ਨੂੰ ਗੁੱਸੇ ਨਾਲ ਕਿਹਾ ਕਿ ਕਿਸੇ ਨੂੰ ਵੀ ਮੇਰੇ ਇੱਥੇ ਆਉਣ ਬਾਰੇ ਪਤਾ ਨਹੀਂ ਲੱਗਣਾ ਚਾਹੀਦਾ। ਨੌਕਰਾਣੀ ਬੋਲੀ, ਠੀਕ ਹੈ ਸਾਹਬ। ਮੈਂ ਘਰ ਵਾਪਸ ਆ ਗਿਆ ਤੇ ਸੋਚਣ ਲੱਗ ਗਿਆ ਕਿ ਕੋਮਲ ਮੇਰੇ ਨਾਲ ਇੱਦਾਂ ਕਿਵੇਂ ਕਰ ਸਕਦੀ, ਮੈਨੂੰ ਧੋਖਾ ਕਿਉਂ ਦੇ ਰਹੀ। ਸ਼ਾਮ ਤੱਕ ਕੋਮਲ ਵੀ ਘਰ ਆ ਗਈ। ਉਹ ਬਿਲਕੁਲ ਨਾਰਮਲ ਲੱਗ ਰਹੀ ਸੀ ਤੇ ਮੈਂ ਵੀ ਉਸ ਨਾਲ ਇਸ ਬਾਰੇ ਵਿੱਚ ਕੋਈ ਗੱਲ ਨਹੀਂ ਕੀਤੀ। ਮੇਰਾ ਉਹਦੇ ਨਾਲ ਗੱਲ ਕਰਨ ਨੂੰ ਬਿਲਕੁਲ ਵੀ ਦਿਲ ਨਹੀਂ ਕਰ ਰਿਹਾ ਸੀ ਤੇ ਮੈਂ ਚੁੱਪ ਕਰਕੇ ਸੌਂ ਗਿਆ। ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਉਹਦਾ ਮੇਰੇ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਗਿਆ ਤੇ ਮੈਨੂੰ ਉਹਨੂੰ ਛੱਡ ਦੇਣਾ ਚਾਹੀਦਾ। ਪਰ ਫਿਰ ਮੈਂ ਸੋਚਿਆ ਕਿ ਪਹਿਲਾਂ ਸੱਚ ਦਾ ਤਾਂ ਪਤਾ ਕਰਨਾ ਚਾਹੀਦਾ ਕਿ ਉਹ ਇੱਦਾਂ ਕਿਉਂ ਕਰ ਰਹੀ। ਇਸ ਤਰ੍ਹਾਂ ਹੀ 10 ਦਿਨ ਲੰਘ ਗਏ ਤੇ ਕੋਮਲ ਪ੍ਰੈਗਨੈਂਟ ਹੋ ਗਈ। ਘਰ ਦੇ ਸਾਰੇ ਬਹੁਤ ਖੁਸ਼ ਹੋ ਗਏ, ਪਰ ਮੈਨੂੰ ਤਾਂ ਸ਼ੱਕ ਹੋ ਰਿਹਾ ਸੀ ਕਿ ਇਹ ਬੱਚਾ ਮੇਰਾ ਨਹੀਂ ਹੈ। ਮੈਂ ਸੋਚਿਆ ਕਿ ਇਸ ਸੱਚਾਈ ਦਾ ਪਤਾ ਤਾਂ ਬੱਚਾ ਹੋਣ ਤੋਂ ਬਾਅਦ ਹੀ ਲੱਗੇਗਾ, DNA ਟੈਸਟ ਕਰਵਾ ਕੇ। ਮੈਂ ਕੋਮਲ ਨੂੰ ਕਿਸੇ ਗੱਲ ਦਾ ਕੋਈ ਸ਼ੱਕ ਨਹੀਂ ਹੋਣ ਦਿੱਤਾ ਤੇ ਨਾਰਮਲ ਤਰੀਕੇ ਨਾਲ ਉਹਦਾ ਧਿਆਨ ਰੱਖਣ ਲੱਗ ਗਿਆ। ਇਸ ਹਾਲਤ ਵਿੱਚ ਵੀ ਉਹ ਹਰ ਹਫ਼ਤੇ ਆਪਣੇ ਭਰਾ ਦੇ ਘਰ ਜਾਂਦੀ ਸੀ ਤੇ ਜਦੋਂ ਡਿਲੀਵਰੀ ਨੂੰ 1 ਮਹੀਨਾ ਰਹਿ ਗਿਆ ਤਾਂ ਡਾਕਟਰ ਨੇ ਬੈੱਡ ਰੈਸਟ ਕਰਨ ਨੂੰ ਕਿਹਾ ਸੀ ਤਾਂ ਕੋਮਲ ਜਿੱਦ ਕਰਨ ਲੱਗ ਗਈ ਕਿ ਆਪਣੇ ਭਰਾ ਦੇ ਘਰ ਹੀ ਬੱਚਾ ਪੈਦਾ ਕਰੇਗੀ। ਪਰ ਮੇਰੇ ਮੰਮੀ ਨਹੀਂ ਮੰਨੇ। ਉਹ ਬੋਲੇ ਕਿ ਸਾਡੇ ਪਹਿਲਾ ਬੱਚਾ ਸਹੁਰੇ ਘਰ ਹੀ ਹੁੰਦਾ। ਬਹੁਤ ਲੜਾਈ ਵੀ ਹੋਈ ਤੇ ਫਿਰ ਕੋਮਲ ਘਰ ਰਹਿਣ ਨੂੰ ਮੰਨ ਗਈ। ਮੰਮੀ ਨੇ ਉਸਦੇ ਭਰਾ ਨੂੰ ਕਿਹਾ ਕਿ ਤੁਸੀਂ ਆ ਜਾਇਆ ਕਰੋ ਮਿਲਣ, ਤਾਂ ਉਹ ਬੋਲਿਆ, ਇਸ ਤਰ੍ਹਾਂ ਰੋਜ਼ ਕੁੜੀ ਦੇ ਸਹੁਰੇ ਘਰ ਆਉਣਾ ਚੰਗਾ ਨਹੀਂ ਲੱਗਦਾ। ਕੋਮਲ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦੀ ਸੀ, ਜਿਵੇਂ ਉਸਦਾ ਕੁਝ ਗਵਾਚ ਗਿਆ ਹੁੰਦਾ। ਹੌਲੀ ਟਾਈਮ ਲੰਘਦਾ ਗਿਆ ਤੇ 9 ਮਹੀਨੇ ਪੂਰੇ ਹੋ ਗਏ ਤੇ ਕੋਮਲ ਨੇ ਇੱਕ ਪਿਆਰੇ ਜਿਹੇ ਬੱਚੇ ਨੂੰ ਜਨਮ ਦਿੱਤਾ।
ਸਾਰੇ ਬਹੁਤ ਜ਼ਿਆਦਾ ਖੁਸ਼ ਸੀ, ਪਰ ਮੈਂ ਤਾਂ ਇਸ ਪਰੇਸ਼ਾਨੀ ਵਿੱਚ ਸੀ ਕਿ ਪਤਾ ਨਹੀਂ ਇਹ ਬੱਚਾ ਮੇਰਾ ਹੈ ਵੀ ਜਾਂ ਨਹੀਂ। ਸਾਡੇ ਘਰ 21 ਦਿਨਾਂ ਬਾਅਦ ਹੀ ਬੱਚੇ ਦੇ ਸਾਰੇ ਵਾਲ ਉਤਾਰ ਦਿੱਤੇ ਜਾਂਦੇ ਤੇ ਮੈਂ ਉਹ ਵਾਲ ਲੈ ਕੇ DNA ਟੈਸਟ ਕਰਵਾਉਣ ਚਲਾ ਗਿਆ ਤੇ ਰਿਪੋਰਟ ਆਉਣ ਦਾ ਇੰਤਜ਼ਾਰ ਕਰਨ ਲੱਗ ਗਿਆ। ਜਦੋਂ ਬੱਚਾ 1 ਮਹੀਨੇ ਦਾ ਹੋ ਗਿਆ ਤਾਂ ਕੋਮਲ ਆਪਣੇ ਘਰ ਜਾਣ ਦੀ ਜਿੱਦ ਕਰਨ ਲੱਗ ਗਈ। ਉਹਦੇ ਭਰਾ ਭਾਬੀ ਵੀ ਲੈਣ ਆ ਗਏ ਤੇ ਮੰਮੀ ਨੇ ਉਹਨਾਂ ਦੇ ਬਹੁਤ ਜ਼ੋਰ ਲਾਉਣ ਤੇ ਕੋਮਲ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਮੈਂ ਵੀ ਅਗਲੇ ਹੀ ਦਿਨ ਕੋਮਲ ਨੂੰ ਉਸਦੇ ਘਰ ਮਿਲਣ ਚਲਾ ਗਿਆ ਤਾਂ ਕਿ ਕੁਝ ਪਤਾ ਲੱਗ ਸਕੇ। ਮੈਂ ਕਾਫੀ ਟਾਈਮ ਉੱਥੇ ਬੈਠਾ ਰਿਹਾ ਪਰ ਸਭ ਕੁਝ ਨੋਰਮਲ ਸੀ। ਪਰ ਇੱਕ ਗੱਲ ਸੀ ਕਿ ਪਹਿਲਾਂ ਉਹਨਾਂ ਨੇ ਸਿਰਫ ਇੱਕ ਨੌਕਰਾਨੀ ਰੱਖੀ ਸੀ ਤੇ ਹੁਣ ਇੱਕ ਹੋਰ ਆਦਮੀ ਨੌਕਰ ਰੱਖ ਲਿਆ ਸੀ। ਮੈਂ ਜਦੋਂ ਕੋਮਲ ਦੇ ਭਰਾ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੇਰੀ ਪਤਨੀ ਠੀਕ ਨਹੀਂ ਰਹਿੰਦੀ ਤੇ ਹੁਣ ਕੋਮਲ ਤੇ ਬੱਚੇ ਕਰਕੇ ਵੀ ਕੰਮ ਜ਼ਿਆਦਾ, ਇਸ ਲਈ 2 ਨੌਕਰ ਰੱਖੇ ਹੋਏ ਆ। ਮੈਂ ਸੋਚ ਰਿਹਾ ਸੀ ਕਿ ਸ਼ਾਇਦ ਇਹੀ ਕੋਮਲ ਦਾ ਆਸ਼ਿਕ ਹੋਣਾ। ਕੋਮਲ ਦੇ ਭਰਾ ਦੀ ਆਮਦਨ ਇੰਨੀ ਵੀ ਨਹੀਂ ਸੀ ਕਿ ਉਹ 2 ਨੌਕਰ ਰੱਖ ਸਕੇ। ਕੋਮਲ ਨੂੰ ਮਾਇਕੇ ਗਈ ਨੂੰ ਹਫ਼ਤਾ ਹੀ ਹੋਇਆ ਸੀ ਕਿ ਉਸਦੇ ਟੈਸਟ ਦੀ ਰਿਪੋਰਟ ਵੀ ਆ ਗਈ। ਰਿਪੋਰਟ ਮੇਰੀ ਸੋਚ ਤੋਂ ਬਿਲਕੁਲ ਉਲਟ ਸੀ। ਉਹ ਬੱਚਾ ਮੇਰਾ ਹੀ ਸੀ। ਇਸ ਗੱਲ ਨਾਲ ਮੈਨੂੰ ਤਸੱਲੀ ਹੋ ਗਈ, ਪਰ ਇੱਕ ਪਰੇਸ਼ਾਨੀ ਸੀ ਕਿ ਮੇਰੇ ਕੋਲ ਮੇਰੇ ਪਤਨੀ ਦੇ ਖਿਲਾਫ ਕੋਈ ਸਬੂਤ ਨਹੀਂ ਸੀ ਤੇ ਜੇ ਮੈਂ ਇੱਦਾਂ ਹੀ ਸਾਰਿਆਂ ਨੂੰ ਦੱਸਦਾ ਤਾਂ ਮੇਰੇ ਤੇ ਕਿਸੇ ਨੇ ਯਕੀਨ ਨਹੀਂ ਕਰਨਾ ਸੀ, ਕਿਉਂਕਿ ਕੋਮਲ ਸਾਰਿਆਂ ਨਾਲ ਬਹੁਤ ਪਿਆਰ ਨਾਲ ਰਹਿੰਦੀ ਸੀ ਤੇ ਮੇਰੇ ਮੰਮੀ ਡੈਡੀ ਵੀ ਉਹਦੇ ਤੇ ਬਹੁਤ ਵਿਸ਼ਵਾਸ ਕਰਦੇ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਹੁਣ ਕੀ ਕਰਾਂ, ਕਿਵੇਂ ਆਪਣੀ ਪਤਨੀ ਦਾ ਸੱਚ ਸਾਰਿਆਂ ਨੂੰ ਦੱਸਾਂ। ਮੈਂ ਅਕਸਰ ਆਪਣੇ ਬੱਚੇ ਨੂੰ ਮਿਲਣ ਜਾਂਦਾ ਰਹਿੰਦਾ ਸੀ, ਪਰ ਹੁਣ ਉਹ ਆਦਮੀ ਨੌਕਰ ਨਹੀਂ ਦਿਸਦਾ ਸੀ। ਜਦੋਂ ਮੈਂ ਉਸ ਨੌਕਰ ਬਾਰੇ ਉਹਦੇ ਭਰਾ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਉਹ ਬਹੁਤ ਕੰਮਚੋਰ ਸੀ, ਇਸ ਲਈ ਕੰਮ ਤੋਂ ਕੱਢ ਦਿੱਤਾ। ਕੋਮਲ ਕੁਝ ਦਿਨ ਆਪਣੇ ਮਾਇਕੇ ਘਰ ਰਹਿ ਕੇ ਵਾਪਸ ਆ ਗਈ, ਪਰ ਮੇਰੇ ਕੋਲ ਹਜੇ ਤੱਕ ਉਹਦੇ ਖਿਲਾਫ ਕੋਈ ਵੀ ਸਬੂਤ ਨਹੀਂ ਸੀ। ਕੋਮਲ ਘਰ ਆ ਕੇ ਸਾਰਿਆਂ ਨਾਲ ਬਹੁਤ ਪਿਆਰ ਨਾਲ ਰਹਿੰਦੀ ਸੀ ਤੇ ਕਿਸੇ ਨੂੰ ਵੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਸੀ। ਉਹਦਾ ਉਹੀ ਰੂਟੀਨ ਪੁਰਾਣਾ ਹਫ਼ਤੇ ਵਿੱਚ ਘਰ ਜਾਣ ਵਾਲਾ ਸ਼ੁਰੂ ਹੋ ਗਿਆ। ਇੱਕ ਦਿਨ ਮੈਂ ਕੋਮਲ ਦੇ ਜਾਣ ਤੋਂ ਬਾਅਦ ਉਸਦੇ ਪਿੱਛੇ ਚਲਾ ਗਿਆ। ਜਦੋਂ ਮੈਂ ਗਿਆ ਤਾਂ ਉਸਦੀ ਭਾਬੀ ਨੇ ਦਰਵਾਜ਼ਾ ਖੋਲ੍ਹਿਆ ਤੇ ਮੈਨੂੰ ਦੇਖ ਕੇ ਉਹਦਾ ਰੰਗ ਉੱਡ ਗਿਆ ਤੇ ਉਹ ਪਰੇਸ਼ਾਨ ਹੋ ਗਈ। ਮੈਂ ਆਪ ਹੀ ਅੰਦਰ ਚਲਾ ਗਿਆ। ਅੱਜ ਫਿਰ ਉਸੇ ਕਮਰੇ ਵਿੱਚੋਂ ਗੱਲਾਂ ਕਰਨ ਦੀ ਆਵਾਜ਼ ਆ ਰਹੀ ਸੀ। ਮੈਂ ਕਮਰੇ ਦਾ ਦਰਵਾਜ਼ਾ ਖੋਲ੍ਹਣ ਲੱਗਾ ਤਾਂ ਉਸਦੀ ਭਾਬੀ ਬੋਲੀ, ਉਹ ਬੱਚੇ ਨਾਲ ਗੱਲਾਂ ਕਰ ਰਹੀ ਹੈ। ਫਿਰ ਵੀ ਮੈਂ ਦਰਵਾਜ਼ਾ ਖੋਲ੍ਹ ਲਿਆ ਤੇ ਬੱਚਾ ਸੁੱਤਾ ਪਿਆ ਸੀ ਤੇ ਬੈੱਡ 'ਤੇ ਇੱਕ ਨੌਜਵਾਨ ਮੁੰਡਾ ਪਿਆ ਸੀ। ਮੇਰੀ ਪਤਨੀ ਉਸ ਕੋਲ ਬੈਠੀ ਹੋਈ ਸੀ। ਮੈਨੂੰ ਦੇਖ ਕੇ ਕੋਮਲ ਦਾ ਰੰਗ ਉੱਡ ਗਿਆ ਤੇ ਉਹ ਯਕਦਮ ਖੜੀ ਹੋ ਗਈ। ਮੈਂ ਉਹਨੂੰ ਕਿਹਾ ਕਿ ਇਹ ਮੁੰਡਾ ਕੌਣ ਹੈ। ਉਹ ਕੁਝ ਨਹੀਂ ਬੋਲੀ। ਮੈਂ ਉਸ ਮੁੰਡੇ ਨੂੰ ਵੀ ਪੁੱਛਿਆ ਕਿ ਤੂੰ ਕੌਣ ਹੈ ਤੇ ਇੱਥੇ ਮੇਰੀ ਪਤਨੀ ਨਾਲ ਕੀ ਕਰ ਰਿਹਾ। ਉਹ ਮੇਰੇ ਵੱਲ ਹੀ ਦੇਖਦਾ ਰਿਹਾ ਤੇ ਅੱਖਾਂ ਵੀ ਹੋਰ ਤਰ੍ਹਾਂ ਕਰ ਰਿਹਾ ਸੀ। ਐਨੇ ਨੂੰ ਕੋਮਲ ਦਾ ਭਰਾ ਵੀ ਆ ਗਿਆ ਤੇ ਬੋਲਿਆ, ਜੇ ਤੁਸੀਂ ਹੁਣ ਆ ਹੀ ਗਏ ਤਾਂ ਮੈਂ ਤੁਹਾਨੂੰ ਸਾਰੇ ਸੱਚ ਦਾ ਦੱਸ ਦਿੰਦਾ ਹਾਂ। ਉਸਨੇ ਦੱਸਿਆ ਕਿ ਇਹ ਮੁੰਡਾ ਸਾਡਾ ਛੋਟਾ ਭਰਾ ਹੈ ਤੇ ਦਿਮਾਗੀ ਮਰੀਜ਼ ਹੈ। ਛੋਟੇ ਬੱਚਿਆਂ ਦੀ ਤਰ੍ਹਾਂ ਕਰਦਾ ਹੈ, ਬਚਪਨ ਤੋਂ ਹੀ ਇਸ ਤਰ੍ਹਾਂ ਹੈ। ਸ਼ੁਰੂ ਤੋਂ ਹੀ ਮੇਰੀ ਮਾਂ ਤੇ ਕੋਮਲ ਹੀ ਇਸ ਨੂੰ ਸੰਭਾਲਦੀਆਂ ਸੀ। ਮੰਮੀ ਦੀ ਮੌਤ ਤੋਂ ਬਾਅਦ ਕੋਮਲ ਹੀ ਉਸ ਨੂੰ ਨਹਾਉਂਦੀ ਸੀ ਤੇ ਉਹਦੇ ਕੱਪੜੇ ਬਦਲਦੀ ਸੀ। ਜੇ ਅਸੀਂ ਉਹਦੇ ਕੋਲ ਜਾਂਦੇ ਹਾਂ ਤਾਂ ਉਹ ਬਹੁਤ ਰੌਲਾ ਪਾਉਣ ਲੱਗ ਜਾਂਦਾ। ਮੈਂ ਹੀ ਉਸਨੂੰ ਖਾਣ ਪੀਣ ਨੂੰ ਦਿੰਦਾ ਹਾਂ। ਮੈਨੂੰ ਦੇਖ ਕੇ ਵੀ ਉਹ ਬਹੁਤ ਰੌਲਾ ਪਾਉਂਦਾ ਤੇ ਨਾ ਹੀ ਮੇਰੇ ਕੋਲੋਂ ਨਹਾਉਂਦਾ ਤੇ ਕੱਪੜੇ ਪਵਾਉਂਦਾ। ਆਪਣੀ ਭਾਬੀ ਨੂੰ ਤਾਂ ਉਹ ਲਾਗੇ ਵੀ ਨਹੀਂ ਆਉਣ ਦਿੰਦਾ, ਬਸ ਕੋਮਲ ਦੀ ਹੀ ਹਰ ਗੱਲ ਮੰਨਦਾ। ਤਾਂ ਹੀ ਤੁਹਾਡੇ ਲੱਖ ਮਨ੍ਹਾ ਕਰਨ ਦੇ ਬਾਵਜੂਦ ਵੀ ਕੋਮਲ ਇੱਥੇ ਆਉਂਦੀ ਸੀ ਤਾਂ ਕਿ ਆਪਣੇ ਭਰਾ ਦੇ ਕੱਪੜੇ ਬਦਲ ਸਕੇ ਤੇ ਉਹਨੂੰ ਨਹਾ ਸਕੇ। ਜਦੋਂ ਕੋਮਲ ਪ੍ਰੈਗਨੈਂਟ ਸੀ ਤੇ ਇੱਥੇ ਨਹੀਂ ਆ ਸਕਦੀ ਸੀ ਤਾਂ ਅਸੀਂ ਇਹਦੀ ਦੇਖਭਾਲ ਲਈ ਇੱਕ ਬੰਦਾ ਰੱਖ ਲਿਆ, ਪਰ ਉਸ ਨੌਕਰ ਤੋਂ ਵੀ ਇਹ ਸੰਭਾਲਿਆ ਨਹੀਂ ਜਾਂਦਾ ਸੀ। ਉਹਨਾਂ ਦੀ ਗੱਲ ਸੁਣ ਕੇ ਮੈਂ ਸ਼ਰਮਿੰਦਾ ਹੋ ਗਿਆ ਤੇ ਮੈਂ ਕਿਹਾ, ਤੁਸੀਂ ਇਹ ਸਭ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ। ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਕੋਮਲ ਨੂੰ ਕਦੇ ਵੀ ਇੱਥੇ ਆਉਣ ਲਈ ਮਨ੍ਹਾ ਨਹੀਂ ਕਰਦਾ। ਉਹ ਬੋਲੇ, ਵਿਆਹ ਤੋਂ ਪਹਿਲਾਂ ਅਸੀਂ ਤੁਹਾਨੂੰ ਸੱਚ ਨਹੀਂ ਦੱਸਿਆ। ਜੇ ਬਾਅਦ ਵਿੱਚ ਦੱਸਦੇ ਤਾਂ ਤੁਸੀਂ ਸਾਡੇ ਬਾਰੇ ਪਤਾ ਨਹੀਂ ਕੀ ਸੋਚਣਾ ਸੀ, ਇਸ ਲਈ ਇਹ ਗੱਲ ਦੱਸਣ ਦੀ ਹਿੰਮਤ ਨਹੀਂ ਹੋਈ। ਮੈਂ ਕੋਮਲ ਨੂੰ ਕਿਹਾ ਕਿ ਇੱਕ ਦਿਨ ਮੈਂ ਤੈਨੂੰ ਦੇਖਿਆ ਸੀ ਤੇ ਤੂੰ ਆਪਣੇ ਭਰਾ ਦੇ ਕੱਪੜੇ ਬਦਲ ਰਹੀ ਸੀ ਤੇ ਮੈਂ ਤੈਨੂੰ ਗਲਤ ਸਮਝ ਲਿਆ ਸੀ। ਮੈਂ ਕੋਮਲ ਤੋਂ ਮਾਫ਼ੀ ਮੰਗੀ ਤੇ ਆਪਣੇ ਘਰਦਿਆਂ ਨੂੰ ਵੀ ਇਸ ਸੱਚ ਬਾਰੇ ਦੱਸ ਦਿੱਤਾ। ਹੁਣ ਮੈਂ ਹਰ ਵਾਰੀ ਕੋਮਲ ਨੂੰ ਉਸਦੇ ਘਰ ਲੈ ਕੇ ਜਾਂਦਾ ਤੇ ਉਹਦੇ ਭਰਾ ਨੂੰ ਸੰਭਾਲਣ ਵਿੱਚ ਉਹਦੀ ਮਦਦ ਵੀ ਕਰਦਾ ਤੇ ਕਈ ਵਾਰ ਹਫ਼ਤੇ ਵਿੱਚ 2 ਵਾਰ ਵੀ ਚਲੇ ਜਾਂਦੇ। ਸਾਨੂੰ ਕਦੇ ਵੀ ਕੋਈ ਗੱਲ ਛੁਪਾ ਕੇ ਨਹੀਂ ਰੱਖਣੀ ਚਾਹੀਦੀ।
ਨਹੀਂ ਤੇ ਕਈ ਵਾਰ ਅਨਮੋਲ ਰਿਸ਼ਤੇ ਵੀ ਗੱਲਾਂ ਛਪਾਉਣ ਨਾਲ ਟੁੱਟ ਜਾਂਦੇ ਹਨ। ਧੰਨਵਾਦ।